Hello students, today we will learn about preposition। हाँ जी बेटे, ਹੁਣ ਆਪਾਂ preposition ਦਾ meaning ਸਮਝਾਂਗੇ। pre means before और position means place। ਜਿਹੜੇ noun ਤੋਂ ਪਹਿਲਾਂ position ਦੇ ਲਈ ਆਪਾਂ ਇੱਕ word ਵਰਤਦੇ ਹਾਂ ਉਸ ਨੂੰ ਕੀ ਕਿਹਾ ਜਾਂਦਾ ਹੈਗਾ? preposition। ਠੀਕ ਹੈ, ਜਿਵੇਂ ਕਿ ਇਸ ਦਾ ਮੈਂ ਤੁਹਾਨੂੰ ਅੱਗੇ definition ਦੱਸਾਂਗੀ। हाँ जी बेटे, ਹੁਣ ਇਹਦੀ definition ਕੀ ਹੈਗੀ? Preposition, a preposition is defined as a word or group of words used before a noun, pronoun or a phrase to show its relation with another word in a sentence। हाँ जी, preposition define ਕੀਤਾ ਜਾਂਦਾ ਹੈ ਐਜ਼ ਅ ਵਰਡ, ਇੱਕ ਇਸ ਤਰ੍ਹਾਂ ਦੇ ਸ਼ਬਦ ਨਾਲ ਉਸ ਨੂੰ ਵਰਣਨ ਕੀਤਾ ਜਾਂਦਾ ਹੈ ਜਾਂ ਇੱਕ ਗਰੁੱਪ ਆਫ ਵਰਡਸ ਦੇ ਨਾਲ ਵਰਣਨ ਕੀਤਾ ਜਾਂਦਾ ਹੈ ਜਿਹੜਾ ਕਿ ਇਸਤੇਮਾਲ ਕੀਤਾ ਜਾਂਦਾ ਹੈ ਬਿਫੋਰ ਅ ਨਾਊਨ, ਇੱਕ ਨਾਊਨ ਤੋਂ ਪਹਿਲਾਂ ਜਾਂ ਪ੍ਰੋਨਾਊਨ ਤੋਂ ਪਹਿਲਾਂ, ਔਰ ਜਾਂ ਕਹਿ ਲਓ ਇੱਕ ਫਰੇਜ਼ ਤੋਂ ਪਹਿਲਾਂ, ਜਿਹੜਾ ਕਿ ਇਹ ਦਿਖਾ ਰਿਹਾ ਹੁੰਦਾ ਰਿਲੇਸ਼ਨ ਵਿਦ ਅਨਦਰ ਵਰਡ, ਕਿਸੇ ਦੂਸਰੇ ਸ਼ਬਦ ਦੇ ਨਾਲ ਇਨ ਸੈਂਟੈਂਸ, ਇੱਕ ਵਾਕਿਆ ਦੇ ਵਿੱਚ। ਹੈਲੋ, ਹਾਂਜੀ ਬੇਟੇ, ਹੁਣ ਡੈਫੀਨੇਸ਼ਨ ਸਮਝਣ ਤੋਂ ਬਾਅਦ ਆਪਾਂ ਸਮਝਾਂਗੇ ਕਿਵੇਂ ਰਿਲੇਸ਼ਨਸ਼ਿਪ ਹੁੰਦੀ ਹੈਗੀ ਇੱਕ ਪ੍ਰੈਪੋਜੀਸ਼ਨ ਦੀ ਦੂਸਰੇ ਸ਼ਬਦਾਂ ਦੇ ਨਾਲ। ਠੀਕ ਹੈ, ਜਾਂ ਕਹਿ ਲਓ ਇੱਕ ਨਾਊਨ ਅਤੇ ਦੂਸਰੇ ਸ਼ਬਦਾਂ ਦੇ ਵਿਚਕਾਰ ਕਿਵੇਂ ਪ੍ਰੈਪੋਜੀਸ਼ਨ ਵਰਡ ਹੈ ਜੋ ਰਿਲੇਸ਼ਨਸ਼ਿਪ ਬਣਾਉਂਦਾ ਗਾ। ਠੀਕ ਹੈ, ਅੱਗੇ ਆਪਾਂ ਹੁਣ ਦੇਖਦੇ ਹਾਂ ਕਿ ਇੱਕ ਐਗਜ਼ਾਮਪਲ, ਦ ਕੈਟ ਇਜ਼ ਸਿਟਿੰਗ ਅੰਡਰ ਦਾ ਟੇਬਲ। ਹੀਅਰ ਸਿਟਿੰਗ ਇਜ਼ ਅ ਵਰਬ ਔਰ ਦਾ ਟੇਬਲ ਇਜ਼ ਨਾਊਨ। ਇਸ ਤਰ੍ਹਾਂ ਇੱਕ ਵਰਬ ਔਰ ਨਾਊਨ ਦੇ ਵਿਚਕਾਰ ਅੰਡਰ ਨੇ ਰਿਲੇਸ਼ਨਸ਼ਿਪ ਬਣਾਈ ਹੈ। ਠੀਕ ਹੈ, ਮੀਨਸ ਉਹਦਾ ਸੰਬੰਧ ਉਹਦੇ ਨਾਲ ਜ਼ਾਹਿਰ ਕੀਤਾ ਗਾ। ਇਸੇ ਤਰੀਕੇ ਨਾਲ ਜੇ ਪ੍ਰੈਪੋਜੀਸ਼ਨ ਉੱਥੇ ਨਾ ਹੁੰਦੀ ਤਾਂ ਇਸਦਾ ਸੈਂਟੈਂਸ ਦਾ ਸਾਨੂੰ ਮੀਨਿੰਗ ਕਲੀਅਰ ਨਹੀਂ ਹੋਣਾ ਸੀਗਾ। ਸੈਂਟੈਂਸ ਕੀ ਆ? ਦ ਕੈਟ ਇਜ਼ ਸਿਟਿੰਗ ਅੰਡਰ ਦਾ ਟੇਬਲ। ਜਿਹੜੀ ਬਿੱਲੀ ਹੈਗੀ ਉਹ ਕਿੱਥੇ ਬੈਠ ਰਹੀ ਹੈ? ਟੇਬਲ ਦੇ ਨੀਚੇ। ਓਕੇ, ਹੁਣ ਤੁਹਾਨੂੰ ਇਸ ਅੱਛੀ ਤਰੀਕੇ ਨਾਲ ਕਲੀਅਰ ਹੋ ਜਾਏਗਾ ਕਿ ਕਿਸ ਤਰੀਕੇ ਨਾਲ ਸਾਨੂੰ ਪ੍ਰੈਪੋਜੀਸ਼ਨ ਦਾ ਇਸਤੇਮਾਲ ਕਰਨ ਲਈ ਅਸੀਂ ਨਾਊਨ ਤੋਂ ਪਹਿਲਾਂ ਇਹਨੂੰ ਯੂਜ਼ ਕਰਦੇ ਹਾਂ। ਠੀਕ ਹੈ, ਇਸ ਲਈ ਇਸ ਨੂੰ ਪ੍ਰੈਪੋਜੀਸ਼ਨ ਕਿਹਾ ਜਾਂਦਾ ਹੈਗਾ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਸਮਝਾ ਚੁੱਕੀ ਹਾਂ। ਓਕੇ ਬੇਟੇ, ਹਾਂਜੀ ਬੇਟੇ, ਹੁਣ ਆਪਾਂ ਇਸ ਦੀਆਂ ਟਾਈਪਸ ਆ ਜੋ ਪ੍ਰੈਪੋਜੀਸ਼ਨ ਦੀਆਂ ਉਹਨਾਂ ਬਾਰੇ ਧਿਆਨ ਦੇਵਾਂਗੇ। ਇਹਦੀਆਂ ਮੈਂ ਜਸਟ ਤੁਹਾਨੂੰ 3 ਟਾਈਪ ਸਮਝਾ ਰਹੀ ਹਾਂ ਅੱਜ, ਇੱਕ ਆਪਣੇ ਤਰੀਕੇ ਦੇ ਨਾਲ। ਇਹ ਡਿਪੈਂਡਸ ਕਰਦਾ ਹੈਗਾ ਕਿ ਆਪਾਂ ਕਿਹੜੇ ਸਮੇਂ 'ਤੇ, ਕਿਹੜੀ ਜਗ੍ਹਾ 'ਤੇ ਕਿਹੜੀ ਪ੍ਰੈਪੋਜੀਸ਼ਨਸ ਇਸਤੇਮਾਲ ਕਰਨੀ ਆ। ਜਿਵੇਂ ਕਿ ਫਸਟ ਹੈਗਾ ਵੈਨ, ਕਦੋਂ। ਇਹ ਹੈਗੀ ਆ ਪ੍ਰੈਪੋਜੀਸ਼ਨ ਆਫ ਟਾਈਮ। ਠੀਕ ਹੈ, ਇਨ, ਔਨ, ਐਟ, ਬਿਫੋਰ, ਆਫਟਰ, ਥੀਜ਼ ਆਰ ਪ੍ਰੈਪੋਜੀਸ਼ਨਸ ਆਫ ਟਾਈਮ। ਐਂਡ ਸੈਕਿੰਡ ਇਜ਼ ਵੇਅਰ। ਵੇਅਰ ਮੀਨਸ ਹੈਗਾ ਪਲੇਸ, ਕਿੱਥੇ। ਇਹ ਹੋ ਗਈ ਪ੍ਰੈਪੋਜੀਸ਼ਨ ਪਲੇਸ ਵਾਲੀ, ਜਗ੍ਹਾ ਵਾਲੀ। ਫੋਰ ਐਗਜ਼ਾਮਪਲ ਅੰਡਰ, ਅਬਵ, ਇਨ, ਔਨ, ਐਟ। ਆਫਟਰ ਦੈਟ ਬੇਟੇ ਹੈਗਾ ਤੁਹਾਡਾ ਇਨ ਵਿਚ ਡਾਇਰੈਕਸ਼ਨ, ਕਿਹੜੀ ਦਿਸ਼ਾ ਦੇ ਲਈ, ਕਿਸੇ ਵੀ ਦਿਸ਼ਾ ਦੇ ਲਈ ਆਪਾਂ ਪ੍ਰੈਪੋਜੀਸ਼ਨ ਯੂਜ਼ ਕਰਨੀ ਹੈਗੀ ਆ। ਉਹਦੇ ਲਈ ਕਿਹੜੀ ਕਿਹੜੀ ਪ੍ਰੈਪੋਜੀਸ਼ਨ ਇਸਤੇਮਾਲ ਕੀਤੀ ਜਾਂਦੀ ਹੈ? ਅਦਰ, ਟੂ, ਇਨਟੂ, ਆਫ ਔਰ ਫਰੋਮ। ਹੁਣ ਇਸ ਤੋਂ ਇਲਾਵਾ ਮੈਂ ਤੁਹਾਨੂੰ ਅੱਗੇ ਵਿਸਤਾਰਪੂਰਵਕ ਇਹ ਫਸਟ ਔਰ ਸੈਕਿੰਡ, ਥਰਡ ਜੋ ਮੈਂ ਤੁਹਾਨੂੰ ਟਾਈਪ ਦੱਸੀਆਂ ਨੇ ਪ੍ਰੈਪੋਜੀਸ਼ਨ ਦੀਆਂ ਸਮਝਾਵਾਂਗੀ ਬੇਟੀ। ਹਾਂਜੀ ਬੇਟੀ, ਹੁਣ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਟਾਈਪ ਨੂੰ ਅੰਡਰਸਟੈਂਡ ਕਰਾਂਗੇ, ਜਿਵੇਂ ਕਿ ਪ੍ਰੈਪੋਜੀਸ਼ਨ ਆਫ ਟਾਈਮ। ਫਸਟ ਐਗਜ਼ਾਮਪਲ ਇਜ਼ ਮਾਈ ਬਰਥਡੇ ਫਾਲਸ ਇਨ ਜਨਵਰੀ। ਜੋ ਮੇਰਾ ਬਰਥਡੇ ਹੈ ਕਦੋਂ ਆਉਂਦਾ ਹੈ? ਜਨਵਰੀ ਦੇ ਵਿੱਚ। ਦੇਖੋ ਬੇਟੇ, ਜੋ ਇਨ ਪ੍ਰੈਪੋਜੀਸ਼ਨ ਹੁੰਦੀ ਹੈਗੀ ਉਹ ਈਅਰਲੀ ਯੂਜ਼ ਕੀਤੀ ਜਾਂਦੀ ਔਰ ਮੰਥ ਦੇ ਲਈ। ਆਫਟਰ ਦੈਟ ਹੈਗਾ ਮਾਈ ਵਕੇਸ਼ਨ ਐਂਡਸ ਆਨ ਮੰਡੇ। ਮੇਰੀਆਂ ਵਕੇਸ਼ਨਸ ਕਦੋਂ ਹੁੰਦੀਆਂ ਨੇ, ਅੰਤ ਕਦੋਂ ਹੁੰਦਾ ਉਹਨਾਂ ਦਾ? ਮੰਡੇ ਨੂੰ। ਮਤਲਬ ਜੋ ਡੇਜ਼ ਹੁੰਦੇ ਆ ਉਹਨਾਂ ਲਈ ਕਿਹੜੀ ਪ੍ਰੈਪੋਜੀਸ਼ਨ ਯੂਜ਼ ਕੀਤੀ ਜਾਂਦੀ ਹੈਗੀ? ਔਨ, ਇੱਥੇ ਟਾਈਮ ਨੂੰ ਮੈਂਸ਼ਨ ਕਰਨ ਦੇ ਲਈ। ਓਕੇ, ਅੱਗੇ ਇਟ ਗੈਟਸ ਕੋਲਡ ਐਟ ਨਾਈਟ। ਜਿਹੜੀ ਰਾਤ ਹੈਗੀ, ਠੀਕ ਹੈ, ਉਹਦੇ ਲਈ ਹਮੇਸ਼ਾ ਹੀ ਬੇਟੇ ਐਟ ਪ੍ਰੈਪੋਜੀਸ਼ਨ ਯੂਜ਼ ਕੀਤੀ ਜਾਂਦੀ ਹੈ। ਇਨ ਦਾ ਮੋਰਨਿੰਗ, ਇਨ ਦਾ ਈਵਨਿੰਗ, ਇਹਨਾਂ ਦੇ ਲਈ ਇਨ ਪ੍ਰੈਪੋਜੀਸ਼ਨ ਯੂਜ਼ ਕੀਤੀ ਜਾਂਦੀ ਹੈਗੀ। ਇਹ ਸੀ ਤੁਹਾਡੀ ਪਹਿਲੀ ਟਾਈਪ ਬੇਟੇ। ਹਾਂਜੀ ਬੇਟੇ, ਹੁਣ ਆਪਾਂ ਸੈਕਿੰਡ ਟਾਈਪ ਕਰਨ ਜਾ ਰਹੇ ਹੈਗੇ। ਸੈਕਿੰਡ ਟਾਈਪ ਇਜ਼ ਪ੍ਰੈਪੋਜੀਸ਼ਨ ਆਫ ਪਲੇਸ, ਜੋ ਜਗ੍ਹਾ ਲਈ ਇਸਤੇਮਾਲ ਕੀਤੀ ਜਾਂਦੀ ਪ੍ਰੈਪੋਜੀਸ਼ਨ ਹੁੰਦੀ ਹੈ। ਫਸਟ ਐਗਜ਼ਾਮਪਲ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ, ਦ ਬੁੱਕਸ ਆਰ ਔਨ ਦਾ ਟੇਬਲ। ਹੁਣ ਬੁੱਕਸ ਕਿੱਥੇ ਪਈਆਂ ਹੋਈਆਂ ਸੀਗੀਆਂ? ਟੇਬਲ ਦੇ ਉੱਤੇ। ਇਟ ਮੀਨਸ ਜਦੋਂ ਕੋਈ ਚੀਜ਼ ਕਿਸੇ ਸਤ੍ਹਾ ਨਾਲ ਟੱਚ ਕਰਦੀ ਹੋਵੇ ਤਾਂ ਉੱਥੇ ਆਪਾਂ ਕਿਹੜੀ ਪ੍ਰੈਪੋਜੀਸ਼ਨ ਯੂਜ਼ ਕਰਾਂਗੇ? ਔਨ।
ਇੱਕ ਅਬਵ ਪ੍ਰੈਪੋਜੀਸ਼ਨ ਦਾ ਮਤਲਬ ਵੀ ਉੱਪਰ ਹੀ ਹੁੰਦਾ ਹੈ, ਠੀਕ ਹੈ। ਬਟ ਇਹਦੇ ਨਾਲ ਆਪਣੇ ਥੋੜ੍ਹਾ ਜਿਹਾ ਜਗ੍ਹਾ ਉਸਨੂੰ ਟੱਚ ਨਹੀਂ ਕਰੀ ਹੋਏਗੀ, ਸਪੇਸ ਹੋਏਗੀ, ਉੱਥੇ ਜਗ੍ਹਾ ਹੋਏਗੀ। ਜਿਵੇਂ ਕਿ ਫੈਨ ਆਪਣੇ ਸਿਰ ਦੇ ਉੱਪਰ ਚੱਲ ਰਿਹਾ ਹੁੰਦਾ ਨਾ, ਆਪਾਂ ਨੂੰ ਟੱਚ ਨਹੀਂ ਕਰ ਰਹੇ ਹੁੰਦੇ, ਲਾਈਕ ਦੈਟ ਦੇਅਰ ਵੀ ਕੈਨ ਯੂਜ਼ ਪ੍ਰੈਪੋਜੀਸ਼ਨ ਅਬਵ, ਓਕੇ। ਐਂਡ ਨੈਕਸਟ ਐਗਜ਼ਾਮਪਲ ਇਜ਼ ਦ ਪਲੇਨ ਇਜ਼ ਜਸਟ ਵੈਲੋ ਕਲਾਊਡ। ਜੋ ਪਲੇਨ ਸੀਗਾ ਉਹ ਬੇਟੇ ਕਿੱਥੇ ਉੱਡ ਰਿਹਾ ਸੀਗਾ? ਕਲਾਊਡਸ ਦੇ ਨੀਚੇ, ਬੱਦਲਾਂ ਦੇ ਨੀਚੇ, ਠੀਕ ਹੈ। ਇਸ ਤਰੀਕੇ ਨਾਲ ਆਪਾਂ ਸੈਕਿੰਡ ਪ੍ਰੈਪੋਜੀਸ਼ਨ ਦੇ ਨਾਲ ਆਪਣੀ ਜਿਹੜੀ ਪਲੇਸ ਆ ਉਹ ਸ਼ੋ ਕਰ ਰਹੇ ਹਾਂਗੇ, ਠੀਕ ਹੈ। ਇਹ ਸੀ ਆਪਣੀ ਸੈਕਿੰਡ ਟਾਈਪ ਆਫ ਪ੍ਰੈਪੋਜੀਸ਼ਨ, ਪ੍ਰੈਪੋਜੀਸ਼ਨ ਆਫ ਪਲੇਸ ਬੇਟੇ, ਓਕੇ। ਹਾਂਜੀ ਬੇਟੇ, ਹੁਣ ਆਪਾਂ ਥਰਡ ਟਾਈਪ ਕਰਨ ਜਾ ਰਹੇ ਹਾਂ, ਪ੍ਰੈਪੋਜੀਸ਼ਨ ਆਫ ਡਾਇਰੈਕਸ਼ਨ। ਹੀਅਰ ਇਜ਼ 2 ਐਗਜ਼ਾਮਪਲ ਆਈ ਹੈਵ। ਵੀ ਵੈਂਟ ਟੂ ਲੰਡਨ ਲਾਸਟ ਵੀਕ। ਅਸੀਂ ਲਾਸਟ ਵੀਕ ਕਿੱਥੇ ਗਏ ਸੀਗੇ? ਲੰਡਨ ਦੇ ਵਿੱਚ। ਐਂਡ ਸੈਕਿੰਡ ਐਗਜ਼ਾਮਪਲ ਇਜ਼ ਹੀ ਵੈਂਟ ਅਪ ਦ ਹਿਲ। ਉਹ ਪਹਾੜੀ ਉੱਪਰ ਗਿਆ, ਠੀਕ ਹੈ। ਦੀਜ਼ ਆਰ 2 ਐਗਜ਼ਾਮਪਲ ਵਿਚ ਆਰ ਸ਼ੋਇੰਗ ਦ ਡਾਇਰੈਕਸ਼ਨ, ਓਕੇ। ਹੈਲੋ, ਹਾਂਜੀ ਬੇਟੇ, ਅੱਗੇ ਕੁਝ ਹੋਰ ਪ੍ਰੈਪੋਜੀਸ਼ਨ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਪ੍ਰੈਪੋਜੀਸ਼ਨਲ ਫਰੇਜ਼ ਕਿਹਾ ਜਾਂਦਾ ਗਾ। ਗਰੁੱਪ ਆਫ ਵਰਡਸ ਕੰਟੇਨਿੰਗ ਪ੍ਰੈਪੋਜੀਸ਼ਨ। ਕੁਝ ਸ਼ਬਦਾਂ ਦੇ ਜਿਹੜੇ ਗਰੁੱਪ ਹੁੰਦੇ ਨੇ ਜਿਨ੍ਹਾਂ ਦੇ ਨਾਲ ਪ੍ਰੈਪੋਜੀਸ਼ਨ ਇਸਤੇਮਾਲ ਕੀਤੀ ਜਾਂਦੀ ਹੈ, ਉਹਨਾਂ ਨੂੰ ਅਸੀਂ ਪ੍ਰੈਪੋਜੀਸ਼ਨਲ ਫਰੇਜ਼ ਕਹਿੰਦੇ ਹਾਂ। ਫੋਰ ਐਗਜ਼ਾਮਪਲ ਹੀਅਰ ਆਈ ਹੈਵ 3 ਐਗਜ਼ਾਮਪਲਸ। ਦ ਰੈਬਿਟਸ hopped through the garden. Through it is a preposition, and with using the garden, then it becomes a prepositional phrase. And next example is the balloon drifted up the stairs. Up is preposition and the stair is a noun, and it becomes now prepositional phrase. And last example is the tiger crept slowly over the grass. Over is also same preposition and the grass is noun, and it becomes a group of words and it called prepositional phrase. These are the example of prepositional phrase.